ਲਹੀਐ। ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਿਲਾ ਪੰਜਵਾ। ਧਰਨ ਸਵੰਨੀ ਖੜ ਰਤਨ ਜਵੜਾਈ। ਧਰਨ ਸਵੰਨੀ ਖੜ ਰਤਨ ਜੜਾਵੀ। ਹਰ ਪ੍ਰੇਮ ਪੁਰਖ ਮਨ ਬੁੱਠਾ। ਸਭੇ ਕਾਜ ਸੁਹੇਲੜੇ ਥੀਏ। ਗੁਰੂ ਨਾਨਕ ਸਤਿਗੁਰ ਤੁਠਾ। ਮਹਿਲਾ ਪੰਜਵਾ। ਫਿਰਦੀ ਫਿਰਦੀ ਦਾਹ ਦਿਸ਼ਾ। ਜਲ ਪਰਬਤ ਬਨ ਰਾਏ। ਜਿੱਥੈ ਡਿਠਾ ਮਿਰਤ ਕੋ। ਇਲ ਬੈਠੀ ਆਏ ਪੌੜੀ। ਜਿਸ ਸਰਬ ਸੁਖਾ ਫਲ ਲੋੜੀ ਹੈ। ਸੋ ਸੱਚ ਕਮਾਵੋ। ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ। ਹੋਏ ਸਗਲ ਕੀ ਰੇਣੁਕਾ ਹਰ ਸੰਗ ਸਮਾਵੋ। ਦੁਖ ਨ ਦੇਈ ਕਿਸੈ ਜੀ। ਪਤ ਸਿਉ ਕਰ ਜਾਵੋ। ਪਤਿਤ ਪੁਨੀਤ ਕਰਤਾ ਪੁਰਖ। ਨਾਨਕ ਸੁਣਾਵੋ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਜਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋਂ ਬਹੁਤ ਹੀ ਵਡਭਾਗੇ ਹਾਂ ਜੋ ਕਿ ਰੋਜ਼ਾਨਾ ਸ਼ਬਦ ਨਾਲ ਜੁੜਦੇ ਹਾਂ, ਲੜੀਵਾਰ ਕਥਾ ਵਿਚਾਰ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਕੀ ਬਾਰ ਮਹਿਲਾ ਪੰਜਵਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ ਹੈ ਜੀ 322। ਆਓ ਗੁਰਮੁਖੋ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ। ਸ਼ਲੋਕ ਮਹਿਲਾ ਪੰਜਵਾ। ਧਰਨ ਸਵੰਨੀ ਖੜ ਰਤਨ ਜੜਾਈ। ਹਰ ਪ੍ਰੇਮ ਪੁਰਖ ਮਨ ਬੁੱਠਾ। ਸਭੇ ਕਾਜ ਸੁਹੇਲੜੇ ਥੀਏ। ਗੁਰੂ ਨਾਨਕ ਸਤਿਗੁਰ ਤੁਠਾ। ਧਰਨ ਦਾ ਅਰਥ ਹੁੰਦਾ ਜੀ ਧਰਤੀ। ਸਵੰਨੀ ਦਾ ਅਰਥ ਹੁੰਦਾ ਸੋਹਣੇ ਬੰਨ ਵਾਲੀ, ਸੋਹਣੇ ਰੰਗ ਵਾਲੀ। ਖੜ ਦਾ ਅਰਥ ਹੁੰਦਾ ਜੀ ਘਾਹ। ਰਤਨ ਤਰੇਲ ਰੂਪੀ ਮੋਤੀ। ਜੜਾਈ ਦਾ ਅਰਥ ਹੈ ਜੜਾਊ। ਪਾਤਸ਼ਾਹ ਜੀ ਕਹਿ ਰਹੇ ਨੇ ਜਿਸ ਮਨ ਵਿੱਚ ਪਿਆਰ ਸਰੂਪ ਪਰਮਾਤਮਾ ਅਕਾਲ ਪੁਰਖ ਵਸ ਪਿਆ, ਉਸ ਮਨ ਨੂੰ ਇਉਂ ਹੈ, ਉਹ ਮਨ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਜਿਵੇਂ ਤਰੇਲ ਮੋਤੀਆਂ ਨਾਲ ਜੜੀ ਹੋਵੇ। ਘਾਹ ਵਾਲੀ ਧਰਤੀ ਸੋਹਣੇ ਬੰਨ ਵਾਲੀ ਹੋ ਜਾਂਦੀ ਹੈ। ਹੇ ਨਾਨਕ, ਜਿਸ ਮਨੁੱਖ ਉਤੇ ਗੁਰੂ ਸਤਿਗੁਰੂ ਨਾਨਕ ਤਰੁੱਠਦਾ ਹੈ ਉਸ ਦੇ ਸਾਰੇ ਕੰਮ ਸੌਖੇ ਹੋ ਜਾਂਦੇ ਨੇ। ਸਤਿਗੁਰ ਮਹਾਰਾਜ ਨੇ ਜਿੱਥੇ ਬਾਹਰੀ ਤੌਰ 'ਤੇ ਇੱਕ ਅਲੰਕਾਰ ਦੇ ਵਿੱਚ ਬੜੀ ਸੋਹਣੀ ਗੱਲ ਕੀਤੀ ਹੈ।
ਪਾਤਸ਼ਾਹ ਜੀ ਕਹਿ ਰਹੇ ਨੇ, ਇਹ ਅਕਾਲ ਪੁਰਖ ਵਾਹਿਗੁਰੂ ਜੀ, ਪ੍ਰਮਾਤਮਾ ਜੀ, ਤੇਰੀ ਧਰਤੀ ਬੜੀ ਸੋਹਣੀ ਹੈ। ਧਰਨ ਸਵੰਨੀ ਖੜ ਰਤਨ ਜੜਾਈ। ਇਸ ਧਰਤੀ ਉੱਤੇ ਹਰਾ ਹਰਾ ਘਾਹ ਮੈਨੂੰ ਬੜਾ ਚੰਗਾ ਲੱਗਦਾ, ਸੋਹਣਾ ਲੱਗਦਾ ਹੈ। ਪਾਤਸ਼ਾਹ ਜੀ ਕਹਿ ਰਹੇ ਨੇ, ਮਾਨੋ ਇਸ ਧਰਤੀ ਦੇ ਉੱਤੇ ਰਤਨ ਜੜੇ ਹੋਏ ਨੇ, ਮੋਤੀ ਜੜੇ ਹੋਏ ਨੇ। ਸਤਿਗੁਰੂ ਮਹਾਰਾਜ ਨੇ ਇਹ ਬੜੀ ਪਿਆਰੀ ਤੇ ਬੜੀ ਕੀਮਤੀ ਵਿਚਾਰ ਦਿੱਤੀ ਹੈ ਜੀ। ਮਹਾਰਾਜ ਧਰਤੀ ਨੂੰ ਸੋਹਣਾ ਕਹਿ ਰਹੇ ਨੇ, ਧਰਤੀ ਨੂੰ ਵਧੀਆ ਕਹਿ ਰਹੇ ਨੇ, ਪਰ ਇੱਥੇ ਇੱਕ ਸਵਾਲ ਪੈਦਾ ਹੁੰਦਾ ਵੀ ਧਰਤੀ ਸੋਹਣੀ ਬਣਾਉਣੀ ਕਿਹਨੇ ਹੈ? ਕੁਦਰਤ ਵੱਲੋਂ, ਅਕਾਲ ਪੁਰਖ ਵਾਹਿਗੁਰੂ ਵੱਲੋਂ ਸਭ ਕੁਝ ਬਣਾ ਦਿੱਤਾ। ਰਾਤੀ ਰੁੱਤੀ ਥਿੱਤੀਵਾਰ, ਪਵਨ ਪਾਣੀ ਅਗਨੀ ਪਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਗੁਰੂ ਬਾਬਾ ਜੀ ਕਹਿੰਦੇ ਧਰਤੀ ਜਿਹੜੀ ਹੈ ਨਾ, ਇਹ ਧਰਮਸ਼ਾਲਾ ਹੈ। ਧਰਮਸ਼ਾਲਾ ਦਾ ਮੀਨਿੰਗ ਹੁੰਦਾ ਹੈ ਵੀ ਇਸ ਧਰਤੀ ਤੇ ਆ ਕੇ ਅਸੀਂ ਨੇ ਧਰਮ ਕਮਾਉਣਾ ਹੈ। ਧਰਤੀ ਤੇ ਆ ਕੇ, ਇਸ ਦੁਨੀਆ ਵਿੱਚ ਆ ਕੇ, ਸੰਸਾਰ ਵਿੱਚ ਆ ਕੇ ਇੱਕ ਚੰਗੇ ਮਨੁੱਖ ਬਣਨਾ ਹੈ, ਵਿਚਾਰਵਾਨ ਮਨੁੱਖ ਬਣਨਾ ਹੈ। ਨਾਮ ਜਪ ਕੇ, ਨਾਮ ਸਿਮਰ ਕੇ ਆਪਣੇ ਜੀਵਨ ਨੂੰ ਸੋਹਣਾ ਤੇ ਸਚਿਆਰ ਬਣਾਉਣਾ ਹੈ। ਪਾਤਸ਼ਾਹ ਜੀ ਕਹਿੰਦੇ ਰਤਨ ਸਵੰਨੀ, ਰਤਨਾਂ ਦੇ ਨਾਲ ਸੋਹਣੀ ਧਰਤੀ ਜੜੀ ਹੋਈ ਹੈ, ਚੰਗੀ ਲੱਗਦੀ ਹੈ। ਇਹ ਸੋਹਣੀ ਧਰਤੀ ਉੱਤੇ ਹਰਾ ਹਰਾ ਘਾਹ ਵੀ ਬੜਾ ਚੰਗਾ ਲੱਗਦਾ ਹੈ। ਭਾਵ ਕੀ ਹੈ ਇਹਦਾ? ਇਸ ਸੋਹਣੀ ਧਰਤੀ ਉੱਤੇ ਹਰਿਆਲੀ ਮੈਨੂੰ ਬਹੁਤ ਚੰਗੀ ਲੱਗਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਸੋਹਣੀ ਧਰਤੀ ਉੱਤੇ ਹਰਿਆਲੀ ਬੜੀ ਚੰਗੀ ਲੱਗਦੀ ਹੈ। ਰਤਨ ਮਾਨੋ ਦਿਸ ਰਹੀ ਹਰਿਆਲੀ, ਰਤਨ ਜੜੇ ਹੋਏ ਹਨ। ਮਹਾਰਾਜ ਕਹਿੰਦੇ ਹਰ ਪ੍ਰੇਮ ਪੁਰਖ ਮਨ ਬੁੱਠਾ। ਬੁੱਠਾ ਦਾ ਅਰਥ ਹੁੰਦਾ ਖੁਸ਼ ਹੋ ਗਿਆ, ਤਰੁੱਠ ਗਿਆ। ਉਹ ਮਾਲਕ ਨਾਲ ਜਦੋਂ ਸਾਂਝ ਪੈ ਗਈ, ਪਿਆਰ ਪੈ ਗਿਆ ਵਾਹਿਗੁਰੂ ਨਾਲ, ਉਹ ਮੇਰੇ ਉੱਤੇ ਤਰੁੱਠਿਆ, ਮੇਰੇ ਉੱਤੇ ਖੁਸ਼ ਹੋ ਗਿਆ। ਅੱਗੇ ਮਹਾਰਾਜ ਕਹਿੰਦੇ ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਸਤਿਗੁਰ ਤੁਠਾ। ਮਹਾਰਾਜ ਕਹਿੰਦੇ ਸਾਰੇ ਕਾਜ ਸੁਖੀ ਹੋ ਗਏ, ਵਧੀਆ ਹੋ ਗਏ। ਜਿਹੜੇ ਮੈਂ ਕਾਰਜ ਕਰਵਾਉਣਾ ਚਾਹੁੰਦਾ ਸੀ, ਜਿਹੜਾ ਮੈਂ ਕਾਰਜ ਆਰੰਭਣਾ ਸੀ ਜਾਂ ਕਰਨਾ ਸੀ, ਸਭੇ ਕਾਜ ਸੁਹੇਲੜੇ ਥੀਏ। ਮਹਾਰਾਜ ਕਹਿ ਰਹੇ ਨੇ ਉਹ ਸਾਰੇ ਕਾਰਜ, ਉਹ ਸਾਰਾ ਕੰਮ ਜਿਸ ਮਨੁੱਖ ਉੱਤੇ ਗੁਰੂ ਤਰੁੱਠਦਾ ਹੈ, ਗੁਰੂ ਨਾਨਕ ਤਰੁੱਠਦਾ ਹੈ, ਉਸ ਦੇ ਸਾਰੇ ਕੰਮ ਸੌਖੇ ਹੋ ਜਾਂਦੇ ਨੇ। ਸਭੇ ਕਾਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਤੁਠਾ ਦਾ ਅਰਥ ਹੁੰਦਾ ਜਿਹਦੇ ਤੇ ਪ੍ਰਸੰਨ ਹੋ ਗਿਆ, ਜਿਹਦੇ ਤੇ ਖੁਸ਼ ਹੋ ਗਿਆ, ਉਹ ਅਕਾਲ ਪੁਰਖ ਵਾਹਿਗੁਰੂ। ਅਗਲਾ ਜਿਹੜਾ ਸ਼ਲੋਕ ਹੈ ਜੀ, ਅਗਲੇ ਸ਼ਲੋਕ ਅੰਦਰ ਮਹਾਰਾਜ ਕਹਿ ਰਹੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ, ਫਿਰਦੀ ਫਿਰਦੀ ਦਾ ਦਿਸ਼ਾ, ਜਲ ਪਰਬਤ ਬਨਰਾਏ, ਜਿੱਥੈ ਡਿੱਠਾ ਮਿਰਤ ਕੋ ਇੱਲ ਬੈਠੀ ਆਏ। 10 ਦਾ ਅਰਥ ਹੁੰਦਾ ਜੀ, 10 ਦਾ ਅਰਥ ਹੁੰਦਾ 10। 10 ਪਾਸੇ 10 ਦਿਸ਼ਾ, ਹਰ ਪਾਸੇ। ਮਹਾਰਾਜ ਕਹਿੰਦੇ ਹਰ ਪਾਸੇ ਦਰਿਆਵਾਂ, ਪਹਾੜਾਂ ਤੇ ਰੁੱਖਾਂ ਬਿਰਖਾਂ ਤੇ ਉੱਡਦੀ ਇੱਲ। ਜਿੱਥੇ ਮੁਰਦਾਰ ਵੇਖਿਆ, ਜਿੱਥੇ ਮੁਰਦਾ ਵੇਖਿਆ, ਉੱਥੇ ਆ ਕੇ ਡਿੱਗਦੀ ਹੈ। ਇਹ ਹਾਲ ਪਤਾ ਕਿਹਦਾ ਮਹਾਰਾਜ ਬਿਆਨ ਕਰ ਰਹੇ ਨੇ? ਇਹ ਹਾਲ ਮਹਾਰਾਜ ਮਨ ਦਾ ਬਿਆਨ ਕਰ ਰਹੇ ਨੇ। ਜਦੋਂ ਮਨ ਰੱਬ ਨਾਲੋਂ ਟੁੱਟਦਾ ਹੈ, ਜਦੋਂ ਮਨ ਵਾਹਿਗੁਰੂ ਨਾਲ ਟੁੱਟਦਾ ਹੈ, ਪਤਾ ਨਹੀਂ ਬੰਦੇ ਨੂੰ ਕਿੱਥੇ ਆ ਕੇ ਡਿੱਗਦਾ ਹੈ। ਇੱਕ ਇੱਲ ਦੀ ਉਦਾਹਰਨ ਦਿੱਤੀ ਹੈ ਜੀ। ਇੱਲ ਕਿੱਥੇ ਬਹਿੰਦੀ ਹੈ? ਜਿੱਥੇ ਮ੍ਰਿਤਕ ਸਰੀਰ ਹੋਵੇ, ਜਿੱਥੇ ਮੁਰਦਾ ਪਿਆ ਹੋਵੇ, ਮੁਰਦੇ ਦੇ ਕੋਲ ਆ ਕੇ ਇੱਲ ਬੈਠੀ ਹੈ। ਮਹਾਰਾਜ ਕਹਿੰਦੇ ਫਿਰਦੀ ਫਿਰਦੀ ਦਾ ਦਿਸ਼ਾ, ਜਲ ਪਰਬਤ ਬਨਰਾਏ। ਕਿੰਨਾ ਕੁਝ ਛੱਡ ਕੇ ਆਈ ਇੱਲ, ਦਸੇ ਪਾਸੀ ਪਤਾ ਨਹੀਂ ਕਿੰਨੇ ਕੁ ਪਾਸੇ ਫਿਰਦੀ ਰਹੀ, ਭਟਕਦੀ ਰਹੀ। ਪਰ ਮਹਾਰਾਜ ਕਹਿੰਦੇ ਉਹਨੇ ਜਲ ਵੀ ਛੱਡਿਆ, ਐਡੇ ਐਡੇ ਪਰਬਤ ਪਹਾੜ ਛੱਡ ਦਿੱਤੇ, ਇੰਨੀ ਸੋਹਣੀ ਬਨਸਪਤੀ ਛੱਡ ਦਿੱਤੀ,
ਇੰਨੇ ਸੋਹਣੇ ਪੇੜ ਪੌਦੇ ਛੱਡ ਦਿੱਤੇ, ਪੇੜ ਪੌਦਿਆਂ ਦੇ ਲੱਗੇ ਫਲ ਵੀ ਉਹਨੇ ਛੱਡ ਦਿੱਤੇ। ਮਹਾਰਾਜ ਕਹਿੰਦੇ ਜਿੱਥਾ ਡਿੱਠਾ, ਜਦੋਂ ਇੱਲ ਨੇ ਮ੍ਰਿਤਕ ਨੂੰ ਵੇਖਿਆ ਨਾ, ਮ੍ਰਿਤਕ ਹੁੰਦਾ ਮਰਿਆ ਹੋਇਆ, ਜਿੱਥਾ ਡਿੱਠਾ ਮ੍ਰਿਤਕੋ ਇੱਲ ਬੈਠੀ ਆਏ। ਇੱਲ ਉੱਥੇ ਆ ਕੇ ਬਹਿੰਦੀ ਹੈ ਜਿੱਥੇ ਮ੍ਰਿਤਕ ਪਿਆ ਹੋਵੇ, ਮੁਰਦਾ ਪਿਆ ਹੋਵੇ। ਇਹੀ ਤਾਂ ਫਰਕ ਹੈ ਜੀ, ਸਿੱਖ ਦੇ ਅੰਦਰ ਇਹੀ ਫਰਕ ਆ ਨਾ। ਜਿਵੇਂ ਮਹਾਰਾਜ ਨੇ ਇੱਕ ਉਦਾਹਰਨ ਦਿੱਤੀ, ਹੰਸ ਤੇ ਬਗਲੇ ਅੰਦਰ ਇਹੀ ਅੰਤਰ ਹੁੰਦਾ, ਭਾਵੇਂ ਹੰਸ ਦਾ ਰੰਗ ਵੀ ਚਿੱਟਾ, ਭਾਵੇਂ ਬਗਲੇ ਦਾ ਰੰਗ ਵੀ ਚਿੱਟਾ, ਪਰ ਦੋਨਾਂ ਦੀ ਸੋਚਣ ਸ਼ਕਤੀ ਅੰਦਰ ਫਰਕ ਹੈ। ਅਸੀਂ ਗੁਰੂ ਕੇ ਸਿੱਖ ਕਿਵੇਂ ਬਣੀਏ, ਗੁਰੂ ਕੇ ਪਿਆਰੇ ਕਿਵੇਂ ਬਣੀਏ, ਮਹਾਰਾਜ ਸਮਝਾ ਰਹੇ ਨੇ। ਮਹਾਰਾਜ ਨੇ ਬੜੀ ਕਮਾਲ ਦੀ ਉਦਾਹਰਨ ਦਿੱਤੀ। ਮਹਾਰਾਜ ਕਹਿੰਦੇ ਹੰਸ ਅੰਦਰ ਕੁਆਲਿਟੀ ਹੁੰਦੀ ਹੈ, ਹੰਸ ਕਦੇ ਆਪਣਾ ਮਾਨ ਸਰੋਵਰ ਨਹੀਂ ਤਿਆਗਦਾ। ਹੰਸਾਂ ਦਾ ਕੰਮ ਕੀ ਹੈ? ਹੰਸਾਂ ਹੀਰਾ ਮੋਤੀ ਚੁਗਣਾ। ਹੰਸ ਕੀਮਤੀ ਵਸਤੂਆਂ ਲੱਭਦਾ ਹੈ, ਕੀਮਤੀ ਵਸਤੂਆਂ ਚੁਗਦਾ ਹੈ। ਬੱਗ ਡੱਡਾਂ ਭਾਲਣ ਜਾਈ, ਬਗਲੇ ਦਾ ਕੰਮ ਹੁੰਦਾ ਉਹ ਡੱਡੀਆਂ ਮੱਛੀਆਂ ਭਾਲਦਾ ਹੈ। ਰੰਗ ਭਾਵੇਂ ਦੋਵਾਂ ਦਾ ਚਿੱਟਾ ਹੈ, ਪਰ ਸੋਚ ਅੰਦਰ ਏਡਾ ਵੱਡਾ ਅੰਤਰ ਹੈ। ਮਹਾਰਾਜ ਕਹਿੰਦੇ ਜਿਵੇਂ ਇੱਲ ਦੀ ਹਾਲਤ ਹੁੰਦੀ ਹੈ ਨਾ, ਉਵੇਂ ਬਗਲੇ ਦੀ ਹਾਲਤ ਹੁੰਦੀ ਹੈ। ਬਗਲਾ ਇੱਥੇ ਪਤਾ ਕਿਹਨੂੰ ਕਹਿ ਰਹੇ ਨੇ ਮਹਾਰਾਜ? ਮਹਾਰਾਜ ਨਾ ਕਿਸੇ ਇੱਲ ਵਾਸਤੇ ਬਾਣੀ ਲਿਖੀ ਹੈ, ਨਾ ਕਿਸੇ ਬਗਲੇ ਵਾਸਤੇ ਬਾਣੀ ਲਿਖੀ ਹੈ, ਨਾ ਕਿਸੇ ਹੰਸ ਵਾਸਤੇ ਬਾਣੀ ਲਿਖੀ। ਇਹ ਤਾਂ ਉਦਾਹਰਨਾਂ ਨੇ। ਮਹਾਰਾਜ ਟਾਰਗੇਟ ਬੰਦੇ ਦੇ ਮਨ ਨੂੰ ਕਰ ਰਹੇ ਨੇ। ਬੰਦੇ ਦਾ ਮਨ ਵੀ ਬਗਲੇ ਵਰਗਾ ਹੈ, ਬੰਦੇ ਦਾ ਮਨ ਵੀ ਇੱਲ ਵਰਗਾ ਹੈ। ਸੱਚ ਨੂੰ ਛੱਡ ਕੇ, ਗੁਰੂ ਦੀ ਵਿਚਾਰ ਨੂੰ ਛੱਡ ਕੇ ਗਲਤ ਪਾਸੇ ਤੁਰਦਾ ਹੈ, ਗਲਤ ਦਿਸ਼ਾ ਵੱਲ ਭੱਜਦਾ ਹੈ। ਮਹਾਰਾਜ ਕਹਿੰਦੇ ਜਿੱਥੇ ਨਾਮ ਦਾ ਵਾਸਾ ਹੋਵੇ, ਜਿੱਥੇ ਕੋਈ ਗਿਆਨ ਦੀ ਗੱਲ ਕਰਦਾ ਹੋਵੇ, ਉੱਥੇ ਮਨ ਠਹਿਰਦਾ ਨਹੀਂ, ਕਿਉਂਕਿ ਇਹਨਾਂ ਦਾ ਜਿਹੜਾ ਖਾਣਾ ਹੋਰ ਬਣ ਗਿਆ, ਬੈਠਣਾ ਹੋਰ ਬਣ ਗਿਆ। ਪਾਤਸ਼ਾਹ ਜੀ ਇੱਥੇ ਉਦਾਹਰਨ ਦੇ ਰਹੇ ਨੇ ਜੀ। ਪਾਤਸ਼ਾਹ ਜੀ ਕਹਿ ਰਹੇ ਨੇ ਇਹੀ ਹਾਲ ਮਨੁੱਖ ਦੇ ਮਨ ਦਾ ਹੈ, ਜੋ ਪਰਮਾਤਮਾ ਤੋਂ ਵਿਛੜ ਕੇ ਬੇਕਾਰਾਂ ਵਿੱਚ ਡਿੱਗਦਾ ਹੈ। ਜਿਵੇਂ ਆਪਾਂ ਗੁਰੂ ਅਰਜਨ ਸਾਹਿਬ ਦਾ ਬਚਨ ਪੜ੍ਹਦੇ ਹਾਂ ਜੀ, 12ਵਾਂ ਬਾਣੀ ਦੇ ਵਿੱਚੋਂ ਪਹਿਲੀ ਪੌੜੀ ਵਿੱਚ ਹੀ ਮਹਾਰਾਜ ਨੇ ਬੜੀ ਪਿਆਰੀ ਗੱਲ ਕੀਤੀ। ਮਹਾਰਾਜ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇੱਥੇ ਪਾਤਸ਼ਾਹ ਜੀ ਆਤਮਾ ਦਾ ਪਰਮਾਤਮਾ ਨਾਲੋਂ ਵਿਛੋੜਾ ਕਿਉਂ ਪੈਂਦਾ ਹੈ? ਮਨ ਦਾ ਉਸ ਵਾਹਿਗੁਰੂ ਨਾਲੋਂ ਵਿਛੋੜਾ ਕਿਉਂ ਪੈਂਦਾ? ਮਨ ਕਿਉਂ ਨਾਮ ਨੂੰ ਵਿਸਾਰ ਦਿੰਦਾ ਹੈ? ਮਨ ਕਿਉਂ ਉਸ ਸੱਚੇ ਰੱਬ ਨੂੰ ਭੁਲਾ ਦਿੰਦਾ ਹੈ? ਮਹਾਰਾਜ ਕਹਿੰਦੇ ਕਾਰਨ ਪਤਾ ਕੀ ਹੈ? ਇਹ ਮਹਾਰਾਜ ਕਹਿੰਦੇ ਕਿਰਤ ਕਰਮ ਕੇ ਵਿਛੜੇ। ਆਪਣੇ ਕੰਮਾਂ ਕਰਕੇ, ਆਪਣੀ ਕਿਰਤ ਕਰਕੇ, ਆਪਣੇ ਸੁਭਾਅ ਕਰਕੇ ਇਹਨੇ ਵਿਛੋੜਾ ਖੁਦ ਆਪ ਪਾਇਆ। ਰੱਬ ਕਿਸੇ ਨੂੰ ਨਹੀਂ ਵਿਛੋੜਦਾ, ਗੁਰੂ ਕਿਸੇ ਨੂੰ ਨਹੀਂ ਵਿਛੋੜਦਾ। ਬੰਦਾ ਆਪਣੀ ਜਦੋਂ ਮਰਜ਼ੀ ਕਰਦਾ, ਆਪਣੀ ਮਤ ਦੀ ਵਰਤੋਂ ਕਰਦਾ, ਗੁਰੂ ਦੇ ਗਿਆਨ ਨੂੰ ਭੁਲਾ ਕੇ, ਗੁਰਮਤਿ ਵਿਚਾਰਾਂ ਨੂੰ ਭੁਲਾ ਕੇ, ਮਹਾਰਾਜ ਕਹਿੰਦੇ ਫਿਰ ਇਹਦੀ ਹਾਲਤ ਬਹੁਤ ਮਾੜੀ ਹੋ ਜਾਂਦੀ ਹੈ। ਫਿਰ ਇਹ ਰਸਾਤਲ ਦੇ ਟੋਏ ਅੰਦਰ ਡਿੱਗ ਜਾਂਦਾ ਹੈ, ਬੇਕਾਰਾਂ ਵਿੱਚ ਗਲਤਾਨ ਹੋ ਜਾਂਦਾ ਹੈ, ਮਾੜੇ ਪਾਸੇ ਦੌੜਦਾ ਹੈ। ਆਪਾਂ ਜਿਹੜੇ ਇੱਥੇ ਵਿਚਾਰ ਕਰ ਰਹੇ ਸੀ, ਗੁਰਬਾਣੀ ਦੇ ਵਿੱਚ ਆਪਾਂ ਵਿਚਾਰ ਕਰ ਰਹੇ ਸੀ, ਮਹਾਰਾਜ ਕਹਿੰਦੇ ਮਨ ਦੀ ਹਾਲਤ ਬਣ ਗਈ ਹੈ। ਮਨ ਪਤਾ ਨਹੀਂ ਕਿੱਥੇ ਜਾ ਕੇ ਡਿੱਗਦਾ, ਕਿੱਥੇ ਜਾ ਕੇ ਖਲੋਂਦਾ, ਇਹਨੂੰ ਕੁਝ ਨਹੀਂ ਪਤਾ ਲੱਗ ਗਿਆ। ਇਹਦੀ ਹਾਲਤ ਵੀ ਇੱਕ ਇੱਲ ਵਰਗੀ ਹੈ। ਮਨ ਇਹ ਮਨ ਪੰਖੀ ਭਇਓ, ਉੱਡ ਉੱਡ ਦਾਦਿਸ਼ ਜਾਏ। ਮਨ ਪੰਛੀ ਵਰਗਾ ਹੋ ਗਿਆ, ਕਿਤੇ ਕਿਤੇ ਜਾਂਦਾ, ਕਿਤੇ ਕਿਤੇ ਜਾਂਦਾ ਹੈ। ਸਭ ਤੋਂ ਵੱਡੀ ਗੱਲ ਆ ਜੀ ਇਕਾਗਰ ਚਿੱਤ ਦੀ, ਇਕਾਗਰ ਮਨ ਦੀ। ਜਦੋਂ ਚਿੱਤ ਇਕਾਗਰ ਹੋ ਗਿਆ, ਮਨ ਇਕਾਗਰ ਹੋ ਗਿਆ, ਅਸੀਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ। ਨਾਮ ਜਪ ਕੇ ਮਨ ਨੂੰ ਇਕਾਗਰ ਕਰਨਾ, ਮਨ ਨੂੰ ਟਿਕਾਣੇ 'ਤੇ ਲੈ ਕੇ ਆਉਣਾ, ਅਸਲ ਰਾਹ ਦਿਖਾਉਣਾ ਮਨ ਨੂੰ। ਅੱਗੇ ਸਤਿਗੁਰ ਮਹਾਰਾਜ ਜਿਹੜੀ ਆਪਾਂ ਵਿਚਾਰ ਕਰ ਰਹੇ ਸੀ ਜੀ, ਕਿਵੇਂ ਵਿਛੜਦਾ ਮਨੁੱਖ ਆਪਣੇ ਸੁਭਾਅ ਕਰਕੇ, ਆਪਣੇ ਕੰਮਾਂ ਕਰਕੇ, ਆਪਣੇ ਕਿਰਦਾਰ ਕਰਕੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਚਾਰ ਕੁੰਟ ਦਾਦਿਸ਼ ਭਰਮੇ, ਥਾਕੇ ਆਏ ਪ੍ਰਭ ਕੀ ਸ਼ਾਮ। ਵਿਛੜਿਆ ਸੀ ਤੇਰੇ ਨਾਲੋਂ, ਵਿਛੜ ਕੇ ਪਤਾ ਨਹੀਂ ਕਿੰਨੇ ਕੁੰਟ ਮੈਂ ਭਰਮਦਾ ਰਿਹਾ।
ਕਿੰਨਾ ਲੰਮਾ ਪੈਂਡਾ ਤੈਅ ਕਰਦਾ ਰਿਹਾ, ਭਟਕਦੇ ਭਟਕਦੇ ਮਹਾਰਾਜ ਕਹਿੰਦੇ ਥੱਕ ਕੇ ਹਾਰ ਕੇ ਵਾਹਿਗੁਰੂ ਤੇਰੀ ਸ਼ਰਨ ਵਿੱਚ ਆ ਗਏ ਆ। ਬਹੁਤ ਲੋਕ ਵਿਚਾਰੇ ਥੱਕ ਗਏ ਨੇ ਜੀ, ਵਿਪਰਵਾਦੀ ਲੋਕਾਂ ਨੇ ਸਾਨੂੰ ਥਕਾ ਕੇ ਰੱਖ ਦਿੱਤਾ। ਸਾਡੀ ਭਰਾ ਨੇ, ਸਾਡੀ ਉਹ ਵਿਚਾਰੇ ਲੋਕ ਨੇ ਜਿਹੜੇ ਕਰਮ ਕਾਂਡਾਂ ਵਿੱਚ ਬਹਿ ਕੇ ਥੱਕ ਗਏ ਨੇ, ਕਰਮ ਕਾਂਡਾਂ ਤੇ ਵਹਿਮਾਂ ਭਰਮਾਂ ਦੇ ਵਿੱਚ ਬਹਿ ਕੇ ਥੱਕ ਗਏ ਨੇ। ਇੱਕ ਅੰਦਰ ਡਰ ਬਣਿਆ ਹੋਇਆ ਹੈ, ਫਲਾਣੀ ਥਾਂ ਤੇ ਵੀ ਦਿਵਿਆ ਜਗਾਉਣਾ, ਉੱਥੇ ਵੀ ਜਾ ਕੇ ਆਉਣਾ, ਉੱਥੇ ਵੀ ਸਿਰ ਝੁਕਾਉਣਾ। ਇਹ ਕਰਮ ਕਰ ਕਰ ਥੱਕ ਗਏ ਹਾਂ ਅਸੀਂ। ਅਸਲੀਅਤ ਕੀ ਹੈ, ਸੱਚ ਕੀ ਹੈ, ਉਹਦੇ ਤੱਕ ਨਹੀਂ ਪਹੁੰਚ ਰਹੇ। ਸਾਨੂੰ ਰਾਹ ਵਿੱਚ ਥਕਾ ਦਿੱਤਾ ਜਾਂਦਾ ਹੈ, ਅਸਲ ਸੱਚਾਈ ਤੱਕ ਪਹੁੰਚ ਨਹੀਂ ਸਕਦੇ। ਜਦੋਂ ਬੰਦਾ ਪਹਿਲੀ ਥੱਕ ਜੇ ਫਿਰ ਅੱਗੇ ਕੰਮ ਕਿਵੇਂ ਕਰੇਗਾ। ਐਨ ਪਾਤਸ਼ਾਹ ਜੀ ਸਿਰੇ ਦੀ ਗੱਲ ਕਰਦੇ ਨੇ। ਪਾਤਸ਼ਾਹ ਜੀ ਕਹਿੰਦੇ ਭਾਈ ਆਪਣੇ ਤੇਰੇ ਸੁਭਾਅ ਕਰਕੇ, ਆਪਣੇ ਤੇਰੇ ਕਰਮਾਂ ਕਰਕੇ ਵਿਛੋੜਾ ਪੈ ਗਿਆ, ਤੇਰੀ ਹਾਲਤ ਬਹੁਤ ਭੈੜੀ ਹੋ ਗਈ। ਮਹਾਰਾਜ ਅੱਗੇ ਪੌੜੀ ਵਿੱਚ ਕਹਿ ਰਹੇ ਨੇ, ਪਾਤਸ਼ਾਹ ਜੀ ਕਹਿ ਰਹੇ ਨੇ 17 ਨੰਬਰ ਪੌੜੀ ਹੈ ਜੀ, ਜਿਸ ਸਰਬ ਸੁਖਾ ਫਲ ਲੋੜੀਐ ਸੋ ਸੱਚ ਕਮਾਵੋ। ਮਹਾਰਾਜ ਕਹਿ ਰਹੇ ਨੇ ਮੈਂ ਉਸ ਸੱਚੇ ਪ੍ਰਭੂ ਨੂੰ ਸਿਮਰਾਂ ਜਿਸ ਪਾਸੋਂ ਸਾਰੇ ਸੁੱਖ ਸਾਰੇ ਫਲ ਮੰਗੀਦੇ ਹਨ। ਉਸ ਪਾਰ ਬ੍ਰਹਮ ਨੂੰ ਆਪਣੇ ਅੰਗ ਸੰਗ ਵੇਖਾਂ ਤੇ ਉਹਨੂੰ ਗਾਵਾਂ। ਜਿਸ ਸਰਬ ਸੁੱਖਾਂ ਫਲ ਲੋੜੀ ਹੈ ਸੋ ਸੱਚ ਕਮਾਵੋ। ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ। ਉਸ ਮਾਲਕ ਨੂੰ ਨੇੜੇ ਵੇਖ, ਅੰਦਰ ਵੇਖ, ਇੱਕ ਨਾਮ ਨੂੰ ਜਪਿਆ ਕਰ, ਧਿਆਇਆ ਕਰ। ਹੋਏ ਸਗਲ ਕੀ ਰੇੜੁਕਾ। ਮਹਾਰਾਜ ਕਹਿ ਰਹੇ ਨੇ ਜੀ, ਹੋਏ ਸਗਲ ਕੀ ਰੇਣੁਕਾ ਹਰ ਸੰਗ ਸਮਾਵੋ। ਮਹਾਰਾਜ ਕਹਿੰਦੇ ਉਹਦੇ ਵਿੱਚ ਸਮਾ ਜਾ। ਦੁੱਖ ਨ ਦੇਈ ਕਿਸੈ ਜੀ ਪਤ ਸਿਉ ਘਰ ਜਾਵੋ। ਸਤਿਗੁਰ ਮਹਾਰਾਜ ਕਹਿੰਦੇ ਤੇਰੀ ਜ਼ਿੰਦਗੀ ਦੇ ਦੁੱਖ ਖਤਮ ਹੋ ਜਾਣਗੇ। ਦੁੱਖ ਨਾ ਦੇਈ ਕਿਸੈ ਜੀ। ਮਹਾਰਾਜ ਕਹਿ ਰਹੇ ਨੇ ਮੇਰੀ ਹਾਲਤ ਇਹੋ ਜੀ ਬਣ ਜੇ, ਇਹੋ ਜਿਹਾ ਮੈਂ ਬਣ ਜਾ, ਕਿਸੇ ਨੂੰ ਦੁੱਖ ਨਾ ਦੇਵਾਂ, ਪੱਤ ਦੇ ਨਾਲ ਇੱਜ਼ਤ ਨਾਲ ਆਪਣੇ ਘਰ ਜਾਵਾਂ। ਮੈਂ ਆਪਣੇ ਘਰ ਜਾਵਾਂ। ਆਪਣਾ ਘਰ ਕਿਹੜਾ? ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਨਿਜ ਘਰ ਮਹਿਲ ਕਿਹੜਾ? ਜਿੱਥੇ ਆਪਣੇ ਆਪੇ ਨੂੰ ਸਵਾਰਨਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ ਪਤਿਤ ਪੁਨੀਤ ਕਰਤਾ ਪੁਰਖ ਨਾਨਕ ਸੁਣਾਵੋ। ਉਹ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਵਿਕਾਰਾਂ ਵਿੱਚ ਡਿੱਗੇ ਹੋਏ ਬੰਦਿਆਂ ਨੂੰ ਪਵਿੱਤਰ ਕਰਨ ਵਾਲਾ ਹੈ। ਭੈੜੇ ਤੋਂ ਭੈੜੇ ਠੱਗਾਂ ਨੂੰ, ਬੇਈਮਾਨ ਲੋਕਾਂ ਨੂੰ ਪਵਿੱਤਰ ਕਰਨ ਵਾਲਾ ਪ੍ਰਮਾਤਮਾ ਦਾ ਨਾਮ ਜਪ ਕੇ ਆਪਣੇ ਜੀਵਨ ਨੂੰ ਸਵਾਰੀਏ। ਆਓ ਗੁਰਮੁਖੋ, ਇਹ ਸੀ ਲੜੀਵਾਰ ਵਿਚਾਰ, ਗੁਰਬਾਣੀ ਦੀ ਵਿਚਾਰ ਜੋ ਆਪਾਂ ਇੱਕ ਰੁਟੀਨ